देशो, मैं हमेशा तेरा साथ दिता है। ਤੁਹਾਡੇ ਇਸ ਨਕਲੀ ਵਿਆਹ ਲਈ ਵੀ ਰਾਜ਼ੀ ਹੂੰ। ਇਸ ਸਭ ਦੇ ਬਦਲੇ 'ਚ ਮੈਂ ਸਿਰਫ ਇੰਨਾ ਚਾਹੁੰਦੀ ਹਾਂ ਕਿ ਤੂੰ ਅੱਜ ਦੇ ਦਿਨ ਮੇਰਾ ਸਾਥ ਦੇਵੇਂ। ਵੈਸੇ ਵੀ ਤੂੰ ਅੱਜ ਤੱਕ ਉਹ ਸਭ ਕੀਤਾ ਜੋ ਵੀ ਮੋਮੋ ਦੀਦੀ ਨੇ ਕਿਹਾ। ਪਰ ਮੈਂ ਕਿੱਦਾਂ ਕਰ ਸਕਦੀ ਹਾਂ? ਜਿਵੇਂ ਤੁਸੀਂ ਇਹ ਨਕਲੀ ਵਿਆਹ ਕਰਵਾਇਆ ਸੀ ਦੇਸ਼ੋ। ਪਰ ਮੈਮ जे मेरी भैन नूं कुछ होया ना तो मैं तेनू, रणवीर नूं या अपने आप नूं कदे माफ नहीं करांगी। मैम मैं देशो, दीदी ने नाराज हो जाना है। मैं उन्हां दी नाराजगी भी बर्दाश्त कर लांगी, पर मैनू सिर्फ इस गल दा डर है कि उन्हां दा कमजोर दिल इन्ना वड्डा झटका बर्दाश्त नहीं कर सकेगा। मैनू समाज दा भी कोई डर नहीं है। मैनू डर है तो इस गल दा, जिहड़ी भैन हमेशा मेरी ताकत बन के रही, वो हुण बाकी बची जिंदगी च मेरे नाल नफरत करेगी। दीदी मेरे नाल कदे भी गल नहीं करनगे। मैं समझ सकती हाँ ਤੁਹਾਡੇ ਉੱਤੇ ਕੀ ਬੀਤ ਰਹੀ ਹੈ। ਤੁਹਾਨੂੰ ਤਾਂ ਇਸ ਖਿਆਲ ਤੋਂ ਵੀ ਤਕਲੀਫ ਹੋ ਰਹੀ ਹੋਣੀ ਹੈ ਕਿ ਤੁਸੀਂ ਸ਼ਾਇਦ ਆਪਣੀ ਭੈਣ ਨੂੰ ਗਵਾ ਦੋਗੇ। ਪਰ ਮੈਮ, ਜਦੋਂ ਤੁਸੀਂ ਮੈਨੂੰ ਵਾਅਦਾ ਕੀਤਾ ਸੀ, ਤੁਹਾਨੂੰ ਮਾਸੀ ਜੀ ਨੂੰ ਸੱਚ ਦੱਸਣਾ ਹੀ ਪਏਗਾ। ਜੇ ਤੁਸੀਂ ਆਪ ਜਾ ਕੇ ਉਹਨਾਂ ਨੂੰ ਦੱਸੋਗੇ ਨਾ, ਮੈਨੂੰ ਪੂਰਾ ਯਕੀਨ ਹੈ ਕਿ ਉਹ ਕਿਸੇ ਨਾ ਕਿਸੇ ਦਿਨ ਤੁਹਾਨੂੰ ਮਾਫ ਜ਼ਰੂਰ ਕਰ ਦੇਣਗੇ। ਦੇਸ਼ੋ, ਤੈਨੂੰ ਵੀ ਪਤਾ ਹੈ ਕਿ ਮੈਂ ਇੱਕ ਨਾ ਇੱਕ ਦਿਨ ਦੀਦੀ ਨੂੰ ਸੱਚ ਦੱਸ ਹੀ ਦੇਣਾ ਹੈ। ਮੈਂ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਹਨੇਰੇ 'ਚ ਨਹੀਂ ਰੱਖ ਸਕਦੀ। ਮੈਂ ਬਸ ਇੱਕ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੀ ਹਾਂ ਤੇ ਮੈਨੂੰ ਇਹ ਵੀ ਪਤਾ ਹੈ ਕਿ ਮੈਨੂੰ ਉਹ ਪਲ ਜ਼ਰੂਰ ਮਿਲੇਗਾ। ਬਸ ਦੀਦੀ ਥੋੜਾ ਬਿਹਤਰ ਮਹਿਸੂਸ ਕਰਨ ਲੱਗ ਜਾਣ। ਉਹਨਾਂ ਦੇ ਦਿਲ 'ਚ ਪਹਿਲਾਂ ਹੀ ਦਰਦ ਰਹਿੰਦਾ ਹੈ। ਉਹ ਠੀਕ ਹੋ ਜਾਣਗੇ ਤਾਂ ਮੈਂ ਆਪ ਹੀ ਉਹਨਾਂ ਨੂੰ ਸਭ ਸੱਚ ਦੱਸ ਦਿਆਂਗੀ। ਦੇਸ਼ੋ, ਤੈਨੂੰ ਮੇਰੀ ਮਦਦ ਕਰਨੀ ਪਏਗੀ। ਪਰ ਮੈਂ ਤੁਹਾਡੀ ਮਦਦ ਕਿੱਦਾਂ ਕਰ ਸਕਦੀ ਹਾਂ? ਜੋ ਵੀ ਦੀਦੀ ਚਾਹੁੰਦੇ ਆ ਉਹ ਕਰਕੇ, ਪਰ ਮੈਮ ਉਹ ਜਾਂ ਫਿਰ ਜੋ ਵੀ ਉਹ ਚਾਹੁੰਦੇ ਆ ਉਹਦਾ ਨਾਟਕ ਕਰਕੇ, ਜਿੱਦਾਂ ਤੁਸੀਂ ਇਸ ਵਿਆਹ ਦਾ ਨਾਟਕ ਕਰ ਰਹੇ ਹੋ। ਨਹੀਂ ਦੇਸ਼ੋ, ਤੂੰ ਮੇਰੇ ਲਈ ਇੰਨਾ ਤਾਂ ਕਰ ਹੀ ਸਕਦੀ ਹੈ ਨਾ। ਠੀਕ ਹੈ, ਮੈਂ ਕਰਾਂਗੀ। थैंक यू सो मच देशो। ਤੈਨੂੰ ਨਹੀਂ ਪਤਾ ਤੂੰ ਮੇਰੇ ਤੇ ਕਿੰਨਾ ਵੱਡਾ ਅਹਿਸਾਨ ਕੀਤਾ ਹੈ। हाँ, मैं तुहाडा ये नाटक इन्ना औखा बना दूंगी, इन्ना दबाव पा दूंगी कि मजबूरन तुहानू मैनू सारा सच दसना ही पवेगा। ਦੇਸ਼ੋ, ਇੱਕ ਹੋਰ ਰਿਕੁਐਸਟ ਹੈ। ਤੂੰ ਆਪਣੇ ਇਸ ਪਲਾਨ ਬਾਰੇ ਰਣਵੀਰ ਨੂੰ ਕੁਝ ਨਾ ਦੱਸੀ, ਕਿਉਂਕਿ ਜੇ ਤੂੰ ਉਹਨੂੰ ਦੱਸਿਆ ਨਾ ਤਾਂ ਉਹ ਇਸ ਗੱਲ ਲਈ ਕਦੇ ਵੀ ਰਾਜ਼ੀ ਨਹੀਂ ਹੋਏਗਾ। ਸਰ ਨੂੰ ਵੀ ਨਹੀਂ? ਪਰ ਕਿਉਂ? ਦੇਸ਼ੋ, ਤੂੰ ਉਸ ਔਰਤ ਲਈ ਇੰਨਾ ਤਾਂ ਕਰ ਹੀ ਸਕਦੀ ਹੈ ਨਾ, ਜੋ ਆਪਣੀ ਭੈਣ ਤੇ ਪੁੱਤਰ ਦੇ ਵਿਚਕਾਰ ਫਸੀ ਹੋਈ ਹੈ। ਆਈਸਕ੍ਰੀਮ ਬ੍ਰੇਕਸ ਕਿੰਨਾ ਚੰਗੀਆਂ ਹੁੰਦੀਆਂ ਨੇ ਨਾ, ਰਿਲੈਕਸਿੰਗ ਬਿਲਕੁਲ। नहीं, हमेशा नहीं। ਸਰ ਆਮ ਸੋ ਸੌਰੀ ਸਰ, ਮੈਨੂੰ ਲੱਗਿਆ ਸੀ ਤੁਹਾਡਾ ਆਈਸਕ੍ਰੀਮ ਨਾਲ ਮੂਡ ਠੀਕ ਹੋ ਜਾਊਗਾ, ਬਟ ਮੈਨੂੰ ਆਈਡੀਆ ਨਹੀਂ ਸੀ ਤੁਹਾਨੂੰ ਆਈਸਕ੍ਰੀਮ ਇੰਨੀ ਪਸੰਦ ਨਹੀਂ ਹੈ। ਰਿਲੈਕਸ ਮਨੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਆਈਸਕ੍ਰੀਮਸ ਮੈਨੂੰ ਬਹੁਤ ਪਸੰਦ ਨੇ। ਇਨਫੈਕਟ ਮੈਨੂੰ ਨਾ ਇਸ ਬ੍ਰੇਕ ਦੀ ਬਹੁਤ ਜ਼ਿਆਦਾ ਲੋੜ ਸੀ। ਥੈਂਕ ਯੂ ਸੋ ਮਚ ਫॉर द ट्रीट। ਇਨਫੈਕਟ ਮੇਰੀ ਨਾ ਲਾਸਟ ਕੁਝ ਟਾਈਮ ਤੋਂ ਸਭ ਤੋਂ ਰਿਲੈਕਸਿੰਗ ਆਈਸਕ੍ਰੀਮ ਆਏ। ਥੈਂਕ ਗॉड। ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਤੁਹਾਡੀ ਰਿਲੈਕਸ ਹੋਣ 'ਚ ਹੈਲਪ ਕਰ ਪਾਈ। ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਤੂੰ ਮੇਰੇ ਵਾਸਤੇ ਇੰਨਾ ਸਭ ਕਰ ਰਹੀ ਹੈ। ਯੈਸ ਸਰ, ਕੰਮ ਕਰਨ ਲਈ ਮਾਈਂਡ ਦਾ ਰਿਲੈਕਸ ਹੋਣਾ ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ। ਚਲੋ ਹੁਣ ਸਾਡਾ ਮਾਈਂਡ ਫਰੈਸ਼ ਹੋ ਗਿਆ ਤੇ ਆਪਾਂ ਦੁਬਾਰਾ ਕੰਮ ਤੇ ਲੱਗੀਏ। ਕੋਈ ਗੱਲ ਨਹੀਂ ਸਰ, ਤੁਸੀਂ ਕਾਲ ਅਟੈਂਡ ਕਰ ਲਓ। ਜੇ ਤੁਹਾਨੂੰ ਆਈਸਕ੍ਰੀਮ ਦੀ ਹੋਰ ਲੋੜ ਹੋਏਗੀ ਤੁਸੀਂ ਮੈਨੂੰ ਦੱਸ ਦਿਓ। ਚਲੋ ਕੋਈ ਗੱਲ ਨਹੀਂ। ਚਲੋ ਹੁਣ ਤੁਸੀਂ ਕੰਮ ਕਰ ਲਓ, ਮੈਂ ਆਪਣੀ ਕਾਲ ਪਿਕ ਕਰਦਾ। ਜੀ ਸਰ। ਹੈਲੋ ਅਰਮਾਨ, ਤੁਸੀਂ ਗੀਜ਼ਰ ਠੀਕ ਕਰਨ ਲਈ ਕਿਸੇ ਨੂੰ ਭੇਜਿਆ ਕਿ ਨਹੀਂ ਭੇਜਿਆ? ਕਿਉਂਕਿ ਗੀਜ਼ਰ ਹਜੇ ਵੀ ਕੰਮ ਤਾਂ ਕਰ ਹੀ ਨਹੀਂ ਰਿਹਾ। ਮੈਨੂੰ ਇਦਾਂ ਕਿਉਂ ਲੱਗਦਾ ਪਿਆ ਕਿ ਤੁਹਾਨੂੰ ਜਿੱਦਾਂ ਮੇਰੇ ਕੋਈ ਪਰਵਾਹ ਹੀ ਨਹੀਂ ਹੁੰਦੀ। ਤੁਸੀਂ ਤਾਂ ਬਸ ਇਹੀ ਚਾਹੁੰਦੇ ਹੋ ਨਾ ਕਿ ਤੁਹਾਡੀ ਪ੍ਰੈਗਨੈਂਟ ਵਾਈਫ ਨਾ ਠੰਡੇ ਪਾਣੀ ਦੇ ਨਾਲ ਨਹਾਏ, ਹੈ ਨਾ? ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ ਸਿੰਪਲ, ਇੱਥੇ ਤੂੰ ਬਿਲਕੁਲ ਗਲਤ ਆ। ਮੈਨੂੰ ਤੁਹਾਡੀ ਪੂਰੀ ਪਰਵਾਹ ਆ। ਜੇ ਮੈਨੂੰ ਪਰਵਾਹ ਆ ਤਾਂ ਹੀ ਤਾਂ ਮੈਂ ਆਫਿਸ 'ਚ ਦਿਨ ਰਾਤ ਮਿਹਨਤ ਕਰਦਾ ਆ। ਹੋਰ ਇੱਥੇ ਮੈਂ ਵਿਲੀਆਂ ਮਾਰਦਾ ਆ। ਮੈਨੂੰ ਤੇਰੀ ਤੇ ਆਪਣੇ ਹੋਣ ਵਾਲੇ ਬੱਚੇ ਦੀ ਪੂਰੀ ਪਰਵਾਹ ਹੈ। ਮੈਂ ਦੋਨਾਂ ਨੂੰ ਪੂਰੀਆਂ ਖੁਸ਼ੀਆਂ ਦੇਣਾ ਚਾਹੁੰਦਾ ਆ। ਅੱਛਾ ਜੀ, ਤੁਹਾਨੂੰ ਫਿਕਰ ਹੈ ਮੇਰੀ। ਤੁਸੀਂ ਨਾ ਸਿਰਫ ਝੂਠ ਤੇ ਝੂਠ ਬੋਲਦੇ ਹੋ। ਤੁਹਾਨੂੰ ਜੇ ਮੇਰੇ ਕੋਈ ਫਿਕਰ ਹੁੰਦੀ ਨਾ ਤਾਂ ਤੁਸੀਂ ਮੇਰੀ ਗੱਲ ਨੂੰ ਸੀਰੀਅਸਲੀ ਲੈਂਦੇ। ਮੈਂ ਤੁਹਾਡੀ ਇੰਨੀ ਫਿਕਰ ਕਰਦਾ ਵਾਂ, ਪਰ ਤੂੰ ਕੀ ਕਰਦੀ ਐ? ਤੂੰ ਮੈਨੂੰ ਤੰਗ ਕਰਦੀ ਐ ਬਾਰ-ਬਾਰ ਫੋਨ ਕਰਕੇ।
ਇਹ ਨਹੀਂ ਕਿ ਹਾਲ ਚਾਲ ਪੁੱਛ ਲਵੇਂ, ਮੈਨੂੰ ਦੱਸੇਂਗੀ ਕੀ ਹੋ ਰਿਹਾ ਕਿ ਕੀ ਨਹੀਂ, ਪਰ ਤੂੰ ਮੈਨੂੰ ਤੰਗ ਕਰਦੀ ਹੈ। ਅੱਛਾ ਜੀ, ਤੇ ਤੁਹਾਡੇ ਹਿਸਾਬ ਦੇ ਨਾਲ ਹੁਣ ਮੈਂ ਤੁਹਾਨੂੰ ਡਿਸਟਰਬ ਕਰਦੀ ਹਾਂ। ਠੀਕ ਹੈ, ਫਿਰ ਮੈਂ ਤੁਹਾਡਾ ਉਹ ਗੀਜ਼ਰ ਹੈ ਨਾ ਉਹ ਆਪਣੇ ਆਪ ਠੀਕ ਕਰਵਾ ਲਾਂਗੀ ਤੇ ਤੁਹਾਨੂੰ ਕੁਝ ਨਹੀਂ ਕਵਾਂਗੀ। ਤੇ ਜੇ ਮੈਨੂੰ ਕਿਸੇ ਚੀਜ਼ ਦੀ ਵੀ ਲੋੜ ਪੈਂਦੀ ਹੈ ਤੁਹਾਨੂੰ ਫੋਨ ਬਿਲਕੁਲ ਨਹੀਂ ਕਰਾਂਗੀ, ਠੀਕ ਹੈ? ਸਿੰਪਲ, ਮੈਂ ਟੈਕਨੀਸ਼ੀਅਨ ਨੂੰ ਫੋਨ ਕੀਤਾ ਆ, ਉਹ ਹੁਣੇ 10-15 ਮਿੰਟਾਂ ਵਿੱਚ ਆਉਂਦਾ ਹੋਣਾ ਆ, ਤੂੰ ਵੇਟ ਤਾਂ ਕਰ ਲੈ ਘੱਟੋ ਘੱਟ। ਹੈਲੋ ਹੈਲੋ, ਫਿਰ ਫੋਨ ਕੱਟਤਾ ਇਹਨੇ ਮੇਰਾ, ਲਹੂ ਪੀਤਾ ਹੋਇਆ ਮੇਰਾ ਇਹਨੇ। ਅਰਮਾਨ ਕਿਸੇ ਕੰਮ ਦੇ ਨਹੀਂ ਹੈ ਤੇ ਨਾ ਹੀ ਇਹਨਾਂ ਨੇ ਕੋਈ ਕੰਮ ਕਰਨਾ। ਇਹਨੂੰ ਇੰਜ ਕਿਉਂ ਲੱਗਦਾ ਹੈ ਦਾ ਵਿਆਹ ਕਰਾ ਕੇ ਨਾ ਮੈਂ ਫਸ ਗਈ ਹਾਂ। कम अंदर आ। आओ बैठो। बैठ बैठ बैठ, डरन की कोई लोड़ नहीं है। मेरे छोटे जे गरीब खाने में तुहाडा स्वागत। मैनू बड़ी खुशी हुई कि तू इत्थे आउण दे लई राजी हो गई। मैं तो उस दिन जिस दिन तेरा हाथ वेख्या सी उसे दिन ही समझ गया सी कि तेरे लिए दूसरे बच्चे की उम्मीद करना आसान नहीं। मैनू पता है तेरे ग्रह चक्कर ठीक नहीं, पर तू फिक्र ना कर, असीं इहदा हल करांगे। पुरोहित जी ने मैनू ਇਹਦਾ हल पहले ही दसिया सीगा। बहुत आसान है, हुणे हो जाना है, बिल्कुल टाइम नहीं लगेगा। उठो बेटी, इत्थे आओ, देवी मां दी मूर्ति है। हाँ उठो उठो। हाथ जोड़ के खड़े हो। कुछ तो गलत होया तेरे ब्याह दे विच। मैनू लगदा है तेरे ब्याह दे विच होईयां रस्मां सही नहीं, वो जिन्नियां सच्चियां होनियां चाहिदियां सी उन्नियां होईयां नहीं। पर कोई नहीं, सानू तुहाडे रिश्ते नू मजबूत करना पैना। भैन जी होरे देवी माता नू बहुत मंगे, देवी माता दे आशीर्वाद नाल ही तुहाडा रिश्ता मजबूत होना है। हुण मैं जो कहांगा मेरे मगर मगर उवें दोहराए। देवी मां नू साक्षी मन के इन्हां दे सामने कह कि मैं रणवीर दुग्गल नू अपने दिलों पति स्वीकार करती हूं। कह बेटी, जिद्दां मैं कहा उवें कह, माता रानी आशीर्वाद देवेगी। बोल बेटी। तैनू रणवीर नू अपना पति मनना पवेगा। तेरा रणवीर दे नाल ब्याह हो चुकिया। अग्नि नू साक्षी मन के तुसी 7 फेरे लए आ। तुहाडे ब्याह च साक्षी बने लोकां ने तानू पति पत्नी मान लिया, पर तू क्यों नहीं मान रही? कुछ नहीं करना, बस देवी मां दे सामने अपना रिश्ता स्वीकार करना है। काहदा इंतजार कर रही है? बोल। रणवीर तेरा घर वाला है ते तुहाडा 7 जन्म का रिश्ता है। देशो, जो पुरोहित जी कह रहे वो कह ना, बस यही हाल लिया, सब ठीक हो जाएगा। देवी मां से भरोसा रख। क्या है जो मैं कहा, तेनू अपना रिश्ता मजबूत करने दे लई ये कहना ही पैना। हाथ जोड़ के कहो बेटी, मैं रणवीर दुग्गल नू अपना पति स्वीकार करदी हां। हाथ जोड़ के कहो बेटी, मैं रणवीर दुग्गल नू अपना पति स्वीकार करदी हां। रणवीर तेरा घर वाला है ते तुहाडा 7 जन्म का रिश्ता है। मैं नहीं कर सकती ये सब, मैं नहीं कर सकती। क्यों नहीं कर सकती? ये तेरे ते रणवीर दे रिश्ते लिए है। नहीं,
ये सब नहीं कर सकती, मेरे तो नहीं होएगा। नहीं ਦੇਸ਼ੋ ਰੁਕ। ਪਰ ਮੇਰੀ ਦਕਸ਼ਨਾ, ਇੱਕ ਨਿੱਕਾ ਜਿਹਾ ਕੰਮ ਤੇ ਤੁਹਾਡੇ ਕੋਲ ਹੋਇਆ ਨਹੀਂ ਆ। ਦਕਸ਼ਿਨਾ ਤੁਸੀਂ ਡਿਜ਼ਰਵ ਹੀ ਨਹੀਂ ਕਰਦੇ। ਪਰ ਮੈਂ ਮਿਹਨਤ ਤਾਂ ਕੀਤੀ ਸੀ ਨਾ। ਸਿੰਪਲ ਲੱਗਦਾ ਹੈ ਰਾਤ ਔਖੀ ਨਿਕਲੇਗੀ। ਲੱਗਦਾ ਤਾਂ ਮੈਨੂੰ ਵੀ ਹੈ ਪੁੱਤਰ। ਹੁਣ ਨਾ ਤੁਸੀਂ ਖੁਸ਼ ਹੋ ਜਾਓ। ਮੈਂ ਖੁਸ਼ ਕਿੱਥੇ ਹਾਂ ਅਰਮਾਨ? ਹਾਂ, ਪਰ ਜੇ ਤੂੰ ਚਾਹੇ ਨਾ ਤਾਂ ਸਿੰਪਲ ਨਾਲ ਗੱਲ ਕਰਕੇ ਨਾ ਸਭ ਕੁਝ ਠੀਕ ਕਰ ਸਕਦਾ ਹੈ। ਵੈਸੇ ਤੈਨੂੰ ਗੀਜ਼ਰ ਠੀਕ ਕਰਵਾਉਣ ਵਾਸਤੇ ਨਾ ਕਿਸੇ ਨੂੰ ਭੇਜ ਦੇਣਾ ਚਾਹੀਦਾ ਸੀ। ਮੰਮੀ ਜੀ ਮੈਨੂੰ ਨਹੀਂ ਪਤਾ ਮੈਂ ਇਹਨਾਂ ਹੁਣ ਕੀ ਗੱਲ ਕਰਾਂ। ਛੋਟੀ ਛੋਟੀ ਗੱਲਾਂ ਤੇ ਬਹਿਸਦੀ ਰਹਿੰਦੀ ਹੈ। ਹੁਣ ਬੰਦਾ ਪੁੱਛੇ ਇੰਨੀ ਗਰਮੀ 'ਚ ਗੀਜ਼ਰ ਦਾ ਕੋਈ ਕੰਮ ਹੈ? ਇੱਕ ਪਾਸੇ ਤਾਂ ਇਹਨੇ ਆਈਸਕ੍ਰੀਮ ਖਾਣੀ ਹੁੰਦੀ ਹੈ ਤੇ ਦੂਜੇ ਪਾਸੇ ਨੂੰ ਨਹਾਉਣ ਨੂੰ ਗਰਮ ਪਾਣੀ ਚਾਹੀਦਾ। ਮੈਨੂੰ ਨਾ ਕੁਝ ਸਮਝ ਨਹੀਂ ਆਉਂਦਾ ਇਹਦਾ ਕੀ ਕਰਾਂ ਮੈਂ। ਅਰਮਾਨ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੰਪਲ ਮਾਂ ਬਣਨ ਵਾਲੀ ਹੈ ਤੇ ਇਹੋ ਜਿਹੇ ਸਮੇਂ 'ਚ ਤੈਨੂੰ ਜੋ ਕਹੇ ਨਾ ਤੈਨੂੰ ਕਰਨਾ ਚਾਹੀਦਾ। ਜੇ ਉਹ ਤੈਨੂੰ ਕਹੇ ਨਾ ਕਿਸੇ ਕੰਮ ਬਾਰੇ ਕਿ ਉਹ ਆਪ ਕਰੇਗੀ ਤਾਂ ਤੈਨੂੰ ਉਹ ਵੀ ਉਹਨੂੰ ਨਹੀਂ ਕਰਨ ਦੇਣਾ ਚਾਹੀਦਾ। ਮੰਮੀ ਜੀ ਹੁਣ ਤੁਸੀਂ ਮੇਰੀ ਮਦਦ ਕਰੋ। ਮੈਂ ਇਲੈਕਟ੍ਰੀਸ਼ੀਅਨ ਨੂੰ ਕਾਲ ਕੀਤੀ ਸੀ ਪਰ ਸਿੰਪਲ ਮੇਰੀ ਗੱਲ ਸੁਣੀ। ਦੇਖ ਸਿੰਪਲ, ਇਹ ਗੱਲ ਗਲਤ ਆ। ਮੈਂ ਇਲੈਕਟ੍ਰੀਸ਼ੀਅਨ ਨੂੰ ਕਾਲ ਕੀਤੀ ਸੀ ਪਰ ਤੂੰ ਵੇਟ ਕਰਨ ਲਈ ਬਿਲਕੁਲ ਤਿਆਰ ਨਹੀਂ ਸੀਗੀ। ਦੇਖ ਤੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਆਫਿਸ 'ਚ ਕਿੰਨਾ ਬਿਜ਼ੀ ਰਹਿਣਾ, ਤਾਂ ਵੀ ਮੈਂ ਟਾਈਮ ਕੱਢ ਕੇ ਇਲੈਕਟ੍ਰੀਸ਼ੀਅਨ ਨੂੰ ਕਾਲ ਕੀਤੀ। ਤੂੰ ਨਾ ਛੋਟੀ ਛੋਟੀ ਗੱਲਾਂ ਨੂੰ ਫੜ ਕੇ ਬਹਿ ਜੰਨੀ ਹੈ। ਕੋਈ ਲੋੜ ਨਹੀਂ ਹੁੰਦੀ ਇਹਦੀ। ਉਹ ਹੈਲੋ, ਬੋਲ ਤੇ ਸਹੀ, ਗੱਲ ਕਰ ਮੇਰੇ ਨਾਲ। ਮੈਂ ਤੇਰੇ ਨਾਲ ਗੱਲ ਕਰ ਰਿਹਾ, ਮੈਨੂੰ ਜਵਾਬ ਤਾਂ ਦੇ ਉਹਦਾ। ਤੂੰ ਥੋੜਾ ਧੀਰਜ ਰੱਖ ਪੁੱਤਰ। ਤੈਨੂੰ ਸਿੰਪਲ ਨੂੰ ਸਮਝਣਾ ਪੈਣਾ ਹੈ। ਉਹਦੇ ਅੰਦਰ ਬਹੁਤ ਸਾਰੇ ਬਦਲਾਅ ਹੋ ਰਹੇ ਨੇ। ਉਹਦੀਆਂ ਭਾਵਨਾਵਾਂ ਤਾਂ ਆਪ ਉਹਦੇ ਨਾਲ ਖਿਲਵਾੜ ਕਰ ਰਹੀਆਂ ਨੇ। ਮੈਂ ਤੈਨੂੰ ਕਿਹਾ ਨਾ, ਉਹਨੂੰ ਤਾਂ ਆਪ ਹੀ ਨਹੀਂ ਪਤਾ ਕਿ ਕਦੋਂ ਕੀ ਮਹਿਸੂਸ ਕਰਨ ਲੱਗ ਜਾਂਦੀ ਹੈ ਤੇ ਕਦੋਂ ਕੀ ਬੋਲ ਦਿੰਦੀ ਹੈ। ਮੈਂ ਤੈਨੂੰ ਦੱਸਿਆ ਨਾ ਕਿ ਇਹੋ ਜਿਹੇ ਸਮੇਂ 'ਚ ਏਦਾਂ ਹੁੰਦਾ ਹੈ ਅਰਮਾਨ। ਮੰਮੀ ਜੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਮੈਂ ਕੀ ਕਰਾਂ? ਮੈਂ ਕਿਵੇਂ ਖਿਆਲ ਰੱਖਾਂ ਉਹਦਾ? ਉਹਦੇ ਦਿਲ ਵਿੱਚ ਜਗ੍ਹਾ ਕਿਵੇਂ ਬਣਾਵਾਂ? ਮੈਨੂੰ ਸਮਝ ਹੀ ਨਹੀਂ ਆ ਰਿਹਾ। ਤੂੰ ਉਹਦੇ ਨਾਲ ਵਕਤ ਬਿਤਾ ਪੁੱਤਰ ਤੇ ਉਹਦੀ ਭਾਵਨਾਵਾਂ ਦਾ ਖਿਆਲ ਰੱਖ ਤੇ ਉਹਨੂੰ ਪੂਰਾ ਪਿਆਰ ਦੇ ਅਰਮਾਨ। ਬਸ ਇਹੀ ਤਰੀਕਾ ਹੈ ਉਹਦਾ ਦਿਲ ਜਿੱਤਣ ਦਾ। ਮੰਮੀ ਜੀ ਜੋ ਕੁਝ ਸਿੰਪਲ ਨੇ ਮੇਰੇ ਨਾਲ ਕੀਤਾ, ਤੁਹਾਨੂੰ ਲੱਗਦਾ ਉਸ ਤੋਂ ਬਾਅਦ ਉਹ ਚਾਹੁੰਦੀ ਹੈ ਕਿ ਮੈਂ ਉਹਦਾ ਦਿਲ ਦੁਬਾਰਾ ਜਿੱਤਾਂ? ਪੁੱਤਰ, ਤੈਨੂੰ ਬੀਤੀਆਂ ਹੋਈਆਂ ਗੱਲਾਂ ਭੁਲਾ ਕੇ ਨਾ ਆਪਣੇ ਪਰਿਵਾਰ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ। ਆਪਣੀ ਪਤਨੀ ਤੇ ਆਪਣੇ ਬੱਚੇ ਬਾਰੇ ਸੋਚ। ਸਿਰਫ ਇੱਕ ਵਾਰ ਆਪਣੇ ਪਰਿਵਾਰ ਨੂੰ ਪਹਿਲਾਂ ਰੱਖ ਕੇ ਸੋਚ ਅਰਮਾਨ। ਆਪਣੇ ਆਪ ਨੂੰ ਉਹਨਾਂ ਅਨੁਸਾਰ ਢਾਲ ਤਾਂ ਕਿ ਤੈਨੂੰ ਇੱਕ ਵਾਰੀ ਫੇਰ ਆਪਣਾ ਪਰਿਵਾਰ ਨਾ ਗਵਾਉਣਾ ਪਵੇ। ਹੱਥ ਜੋੜ ਕੇ ਕਹੋ ਬੇਟੀ, ਮੈਂ ਰਣਵੀਰ ਦੁੱਗਲ ਨੂੰ ਆਪਣਾ ਪਤੀ ਸਵੀਕਾਰ ਕਰਦੀ ਹਾਂ। ਤੈਨੂੰ ਰਣਵੀਰ ਨੂੰ ਆਪਣਾ ਪਤੀ ਮੰਨਣਾ ਪਵੇਗਾ। ਤੇਰਾ ਰਣਵੀਰ ਦੇ ਨਾਲ ਵਿਆਹ ਹੋ ਚੁੱਕਿਆ। नहीं नहीं ਦੇਸ਼ੋ ਦੇਸ਼ੋ, ਤੂੰ ਉੱਥੋਂ ਇੰਨੀ ਜਲਦੀ ਭੱਜ ਕਿਉਂ ਆਈ? ਤੂੰ ਇਹ ਪੂਜਾ ਪੂਰੀ ਕਿਉਂ ਨਹੀਂ ਕੀਤੀ? ਇਹ ਪੂਜਾ ਘਰ ਦੇ ਵਾਰਿਸ ਲਈ ਸੀ। ਤੂੰ ਪ੍ਰੋਹਿਤ ਜੀ ਨੂੰ ਨਾਰਾਜ਼ ਕੀਤਾ ਹੈ। मासी जी, दरअसल मैं ਹਾਂ ਦੱਸ ਫਿਰ ਤੂੰ ਰੁਕ ਕਿਉਂ ਗਈ ਸੀ? ਜਦੋਂ ਪ੍ਰੋਹਿਤ ਜੀ ਨੇ ਤੈਨੂੰ ਇਹ ਕਹਿਣ ਨੂੰ ਕਿਹਾ ਸੀਗਾ ਕਿ ਤੂੰ ਰਣਵੀਰ ਨਾਲ ਵਿਆਹੀ ਹੋਈ ਹੈ, ਤੈਨੂੰ ਸੱਚ ਕਹਿਣ 'ਚ ਕੀ ਪ੍ਰੋਬਲਮ ਹੈ? ਜਵਾਬ ਦੇ। ਤੂੰ ਸਾਡੇ ਘਰ ਦੇ ਵਾਰਿਸ ਲਈ ਪੂਜਾ ਕਿਉਂ ਨਹੀਂ ਕਰਵਾਉਣਾ ਚਾਹੁੰਦੀ?
ਤੇ ਪੂਜਾ ਸਕਸੈਸਫੁਲ ਕਿਉਂ ਨਹੀਂ ਹੋਣ ਦਿੱਤੀ? ਤੂੰ ਮੇਰੀ ਰਣਵੀਰ ਦਾ ਬੱਚਾ ਵੇਖਣ ਦੀ ਵਿਸ਼ ਪੂਰੀ ਨਹੀਂ ਕਰਨਾ ਚਾਹੁੰਦੀ ਨਾ? ਤੂੰ ਇਹ ਕਿਉਂ ਨਹੀਂ ਕਿਹਾ ਕਿ ਤੂੰ ਰਣਵੀਰ ਦੀ ਵਾਈਫ ਹੈ? ਦੱਸ, ਤੈਨੂੰ ਇਹ ਸੱਚ ਕਹਿਣ 'ਚ ਕੀ ਪ੍ਰੋਬਲਮ ਹੈ? ਦੇਖ ਮੇਰੇ ਵੱਲ, ਦੱਸ ਤੂੰ ਇਹ ਕਿਉਂ ਨਹੀਂ ਕਿਹਾ? ਹਾਂ, ਉਹ ਨਹੀਂ ਕਹੇਗੀ ਕਿ ਉਹ ਰਣਵੀਰ ਦੀ ਵਾਈਫ ਹੈ। ਦੇਸ਼ੋ ਇਦਾਂ ਕਿੱਦਾਂ ਕਹਿ ਸਕਦੀ ਹੈ? ਕਿਉਂ? ਇਹ ਕਿਉਂ ਨਹੀਂ ਕਹਿ ਸਕਦੀ? ਤੇ ਜਦੋਂ ਵਿਆਹ ਹੋਇਆ ਹੈ ਤੇ ਕਹਿਣ 'ਚ ਕੀ ਪ੍ਰੋਬਲਮ ਹੈ? ਤੁਸੀਂ ਸਾਰੇ ਇਹ ਨਹੀਂ ਚਾਹੁੰਦੇ ਕਿ ਮੈਂ ਇਹਨੂੰ ਇਸ ਘਰ ਦੀ ਨੂੰਹ ਮੰਨਾਂ? ਇਹ ਰਣਵੀਰ ਦੀ ਵਾਈਫ ਹੈ। ਮੈਂ ਸੱਚ ਜਾਣਨਾ ਚਾਹੁੰਦੀ ਹਾਂ। ਦੀਦੀ, ਉਹ ਐਕਚੁਅਲੀ ਦੇਸ਼ੋ ਨੇ ਇਸ ਕਰਕੇ ਨਹੀਂ ਕਿਹਾ ਕਿਉਂਕਿ ਉਹ ਇਹ ਪੂਜਾ ਪੂਰੀ ਕਰਨੀ ਨਹੀਂ ਚਾਹੁੰਦੀ ਸੀ। ਨਹੀਂ, ਐਦਾਂ ਨਹੀਂ ਹੋ ਸਕਦਾ। ਇਹਨੂੰ ਚੰਗੀ ਤਰ੍ਹਾਂ ਪਤਾ ਸੀ ਮੈਂ ਇਹਨੂੰ ਕਿੱਥੇ ਲੈ ਕੇ ਜਾ ਰਹੀ ਹਾਂ। ਇਹਨੇ ਆਪ ਐਗਰੀ ਕੀਤਾ ਸੀ, ਫਿਰ ਇਹ ਲਾਸਟ ਮੂਮੈਂਟ ਤੇ ਮਨਾ ਕਿੱਦਾਂ ਕਰ ਸਕਦੀ ਹੈ? ਦੇਸ਼ੋ ਨੇ ਇਸ ਕਰਕੇ ਨਹੀਂ ਕਿਹਾ ਕਿਉਂਕਿ ਉਹਨੂੰ ਪਤਾ ਸੀ ਕਿ ਰਣਵੀਰ ਉਹਨੂੰ ਕੁਝ ਕਹੇਗਾ ਤਾਂ ਨਹੀਂ, ਪਰ ਉਹਨੂੰ ਇਹ ਚੰਗਾ ਵੀ ਨਹੀਂ ਲੱਗੇਗਾ ਕਿ ਦੇਸ਼ੋ ਨੇ ਪੂਜਾ ਪੂਰੀ ਕੀਤੀ ਹੈ। ਅੱਛਾ, ਤੇ ਉਹ ਕਿਉਂ? ਦੀਦੀ, ਉਹ ਇਸ ਕਰਕੇ ਕਿਉਂਕਿ ਰਣਵੀਰ ਨੇ ਤਾਂ ਪਹਿਲਾਂ ਮਨਾ ਕੀਤਾ ਸੀ ਪੁਰੋਹਿਤ ਜੀ ਦੀ ਗੱਲ ਸੁਣਨ ਨੂੰ। ਭਾਵੇਂ ਦੇਸ਼ੋ ਨੇ ਇਹ ਗੱਲ ਕਹੀ ਨਹੀਂ, ਪਰ ਉਹ ਰਿਸ਼ਤਾ ਤਾਂ ਨਿਭਾ ਰਹੀ ਹੈ ਨਾ ਦੀਦੀ। ਤੁਹਾਨੂੰ ਤਾਂ ਇਹਦੇ ਲਈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਹਸਬੈਂਡ ਦੀ ਗੱਲ ਦਾ ਇੰਨਾ ਮਾਣ ਰੱਖ ਰਹੀ ਹੈ। शायद तू ठीक कह रही है, बट आई होप कि तेनू भी यकीन है कि साडे पुरोहित ने कहा सीगा कि इस विआह 'च कुछ तां गड़बड़ है। पर दीदी, इस गल ते यकीन करन लई कोई कारण तां होना चाहिए ना मेरे कोल। देशो इस घर लई ते रणवीर लई परफेक्ट है। ਕੀ ਹੋਇਆ? ਸਭ ਠੀਕ ਹੈ? ਤੁਸੀਂ ਸਾਰੇ ਟੈਨਸ਼ਨ 'ਚ ਕਿਉਂ ਲੱਗ ਰਹੇ? हाँ हाँ, सब ठीक ही लग रहा है। ਕੀ ਮਤਲਬ? कुछ खास नहीं, बस घर दे विच एक पूजा रखवानी है। ਪੂਜਾ? हाँ, मैं बस घर दी सुख शांति लई नॉर्मल पूजा। रणवीर पुत्र, तू बिल्कुल टेंशन ना ले। मैं इस बारी पुरोहित नूं नहीं बुला रही। इनफैक्ट तू जिस तरीके नाल उन्हां नाल गल कीती सीगी, ਉਹ ਆਣਾ ਵੀ ਨਹੀਂ ਚਾਹਣਗੇ। ਪਰ ਅਸੀਂ ਪੂਜਾ ਤੇ ਰੱਖ ਸਕਦੇ ਹਾਂ ਨਾ ਘਰ 'ਚ। ਪਰ ਮਾਸੀ ਜੀ, ਸਭ ਦੀ ਕੀ ਲੋੜ ਹੈ? पर दीदी, ਰੂਪੀ, ਮੈਨੂੰ ਪਤਾ ਹੈ ਮੈਂ ਕਾਫੀ ਦੇਰ ਤੋਂ ਇਸ ਘਰ ਦੇ ਵਿੱਚ ਰਹਿ ਰਹੀ ਹਾਂ। ਇਸ ਤੋਂ ਜ਼ਿਆਦਾ ਤੁਸੀਂ ਮੈਨੂੰ ਝੱਲ ਵੀ ਨਹੀਂ ਸਕਦੇ। नहीं नहीं दीदी, ऐदा दी तो कोई गल नहीं है। ये तुसी की कह रहे हो? ਨਹੀਂ ਰੂਪੀ, ਮੈਂ ਸੋਚ ਰਹੀ ਹਾਂ ਕਿ ਇਸ ਘਰ ਦੇ ਵਿੱਚ ਪੂਜਾ ਕਰਵਾ ਕੇ ਇਸ ਘਰ ਦੀ ਸੁੱਖ ਸ਼ਾਂਤੀ ਦੀ ਕਾਮਨਾ ਕਰਕੇ ਮੈਂ ਵਾਪਸ ਕੈਨੇਡਾ ਚਲੀ ਜਾਵਾਂ। हाँ दीदी, तुसी ठीक कह रहे हो। इस घर दे विच खुशियां ते शांति दी बहुत लोड़ है। सच्ची सानू ये पूजा करवानी चाहिए है ते ये पूजा दी तैयारियां मैं आप करूंगी। ਦੇਸ਼ੋ, ਮੈਨੂੰ ਪਤਾ ਹੈ ਮੈਂ ਤੇਰੇ ਐਕਸ ਨੂੰ ਬਹੁਤ ਵਧੀਆ ਟ੍ਰੀਟ ਨਹੀਂ ਕੀਤਾ, ਪਰ ਮੈਨੂੰ ਲੱਗਦਾ ਹੈ ਉਹ ਤੇ ਉਹਦਾ ਪਰਿਵਾਰ ਇੰਨੇ ਬੁਰੇ ਨਹੀਂ ਹੋਣਗੇ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੂੰ ਇਸ ਪੂਜਾ 'ਚ ਉਹਨਾਂ ਨੂੰ ਵੀ ਇਨਵਾਈਟ ਕਰ। पर ਇਹਦੀ ਕੀ ਜ਼ਰੂਰਤ ਹੈ? ਇਹ ਤਾਂ ਸਾਡੀ ਪਰਿਵਾਰਿਕ ਪੂਜਾ ਹੈ ਨਾ। ਓਹੋ ਦੇਸ਼ੋ, ਤੂੰ ਸਮਝੀ ਨਹੀਂ। ਉਹ ਇਸੇ ਬਹਾਨੇ ਮੈਂ ਉਹਨਾਂ ਨਾਲ ਆਪਣਾ ਰਿਲੇਸ਼ਨ ਸੁਧਾਰ ਲਾਂਗੀ। ਆਫਟਰ ਆਲ ਮੈਂ ਤੇਰੇ ਐਕਸ ਨੂੰ ਬਹੁਤ ਬੁਰਾ ਟ੍ਰੀਟ ਕੀਤਾ ਹੈ ਨਾ। ਐਨੀਵੇਜ਼, ਰੂਪੀ, ਤੂੰ ਤੇ ਦੇਸ਼ੋ ਪੂਜਾ ਦੀ ਸਾਰੀ ਪ੍ਰਿਪਰੇਸ਼ਨ ਕਰ ਲੋਗੇ ਨਾ? ठीक है दीदी। ਸਨੀ, ਤੂੰ ਆ ਮੇਰੇ ਨਾਲ, ਮੈਂ ਤੇਰੇ ਨਾਲ ਗੱਲ ਕਰਨੀ ਆ। ਹਾਂ ਸਨੀ, ਮੇਰੀ ਗੱਲ ਸੁਣ। ਮਾਸੀ ਜੀ, ਤੁਸੀਂ ਸੱਚੀ ਘਰ ਛੱਡ ਕੇ ਜਾ ਰਹੇ ਹੋ? ਤੁਸੀਂ ਬੋਲਦੇ ਕਿਉਂ ਨਹੀਂ ਕੁਝ? ਦੱਸੋ ਤਾਂ ਸਹੀ ਮੈਨੂੰ ਕੁਝ।
ਤੁਸੀਂ ਮੈਨੂੰ ਇੱਥੇ ਇਕੱਲੇ ਨੂੰ ਛੱਡ ਕੇ ਜਾ ਰਹੇ ਹੋ? ਤੈਨੂੰ ਸੱਚੀ ਲੱਗਦਾ ਹੈ ਕਿ ਤੇਰੀ ਮਾਸੀ ਇੰਨੀ ਆਸਾਨੀ ਨਾਲ ਇੱਥੋਂ ਚਲੀ ਜਾਏਗੀ? ਹੋ, ਇਹ ਵੀ ਤੁਹਾਡਾ ਕੋਈ ਨਵਾਂ ਪਲਾਨ ਹੈ? ਹਾਂ, ਤੁਸੀਂ ਸਾਰਿਆਂ ਦੇ ਮੂੰਹ ਸੱਚ ਸੁਣ ਕੇ ਜਾਓਗੇ। ਬਿਲਕੁਲ ਸਹੀ ਕਿਹਾ ਮਾਈ ਲਵ। ਮੇਰਾ ਇੰਨੀ ਜਲਦੀ ਇੱਥੋਂ ਜਾਣ ਦਾ ਕੋਈ ਇਰਾਦਾ ਨਹੀਂ ਆ। ਮੈਂ ਇਹ ਸਾਬਿਤ ਕਰਕੇ ਰਵਾਂਗੀ ਕਿ ਦੇਸ਼ੋ ਇਸ ਘਰ ਦੀ ਨੋ ਨਹੀਂ ਹੈ, ਤੇ ਫਿਰ ਮੈਂ ਉਹਨੂੰ ਇਸ ਘਰ ਚੋਂ ਧੱਕੇ ਮਾਰ ਕੇ ਬਾਹਰ ਕੱਢਾਂਗੀ, ਤੇ ਇਸ ਵਾਰ ਹਮੇਸ਼ਾ ਲਈ ਇਸ ਨਾਟਕ ਨੂੰ ਖਤਮ ਕਰਕੇ ਰਵਾਂਗੀ, ਉਹ ਵੀ ਸਾਰਿਆਂ ਦੇ ਸਾਹਮਣੇ। ਹਾਂ, ਮੈਂ ਵੀ ਉਸ ਜਨਾਨੀ ਦੀ ਸ਼ਕਲ ਦੇਖ ਦੇਖ ਕੇ ਨਾ ਅੱਕ ਗਿਆ। ਘਰ ਹੋਵੇ ਜਾਂ ਆਫਿਸ, ਹਰ ਥਾਂ ਤੇ ਮੰਡਰਾਉਂਦੀ ਰਹਿੰਦੀ ਹੈ। ਡੋਂਟ ਵੈਰੀ, ਤੈਨੂੰ ਜਲਦੀ ਇਹ ਤੋਂ ਛੁਟਕਾਰਾ ਮਿਲ ਜਾਏਗਾ। ਹਾਂ, ਆਈ ਵਿਸ਼ ਆਫਿਸ ਨਹੀਂ ਤੇ ਘੱਟ ਤੋਂ ਘੱਟ ਘਰੋਂ ਤੇ ਛੁਟਕਾਰਾ ਮਿਲ ਜਾਏ। ਬਸ ਇੱਕ ਦਿਨ ਹੋਰ। ਹਾਂਜੀ ਮਾਸੀ ਜੀ, ਤੁਹਾਡੇ ਤੇ ਪੂਰਾ ਭਰੋਸਾ ਹੈ ਮੈਨੂੰ। ਜੋ ਤੁਸੀਂ ਡਿਸਾਈਡ ਕਰੋਗੇ ਨਾ ਉਹੀ ਹੋਏਗਾ। ਜੇ ਤੁਸੀਂ ਸੋਚ ਲਿਆ ਨਾ ਦੇਸ਼ੋ ਇਸ ਘਰ ਵਿੱਚੋਂ ਬਾਹਰ ਜਾਏਗੀ ਤਾਂ ਉਹ ਜ਼ਰੂਰ ਜਾਏਗੀ। ਮੈਨੂੰ ਭਰੋਸਾ ਹੈ ਤੁਹਾਡੇ ਤੇ। ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ ਨਾ ਤੂੰ ਆਪਣੀ ਮਾਸੀ ਨੂੰ। ਆਫ ਕੋਰਸ ਮਾਸੀ ਜੀ। ਅੱਗੇ ਅੱਗੇ ਵੇਖ ਹੁੰਦਾ ਹੈ ਕੀ